ਦੋ ਤਿੰਨ ਦਿਨ ਪਹਿਲਾਂ ਇੱਕ ਸਵਾਲ ਲਿਖਿਆ ਸੀ ਗਰੁੱਪਾਂ ਅੰਦਰ। ਜਵਾਬ ਨਹੀਂ ਦੇ ਹੋਇਆ ਤਾਂ ਅਗਲੇ ਦਿਨ लिखिया है, बाबा जी जब आप मेरे सवालों का जवाब नहीं देते हैं तो मैं बेचैन हो जाती हूँ, जैसे कि आप मुझे अनदेखा कर रहे हों। मुझे बहुत बुरा लगता है। मुझे याद है कि एक बार ऑडियो में आपने कहा था कभी ध्यान मत मांगो, लेकिन फिर भी यह भावना मेरे अंदर आती है। मुझे इस भावना के लिए माफ़ कर दीजिए। थल्ले फिर लिखिया है, मेरा इस पर कोई काबू नहीं है और अगर आपने इसे भी अनदेखा कर दिया तो मुझे बहुत बेचैनी होगी। पहला सवाल तो यह जो लिखिया है इनू गौर दे नाल समझना करो ताकि अगे तो तुहानू ख्याल विच रह सके। जदों तुहाडे सवाल दा जवाब नहीं मिलदा है उदों बेचैनी क्यों हुंदी है? ਇਹਦਾ ਕਾਰਨ ਕੀ ਹੈ? ਤੁਸੀਂ ਖੋਜੋਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ। ਹੰਕਾਰ ਦੇ ਕਾਰਨ ਬੇਚੈਨੀ ਹੁੰਦੀ ਹੈ ਵੀ ਮੇਰਾ ਸਵਾਲ, ਮੇਰਾ ਪ੍ਰਸ਼ਨ ਮੈਂ ਲਿਖਿਆ तो उन्होंने जवाब ही नहीं दिता। देखिया अणदेखिया कर दिता, गौर ही नहीं किया। पहली तो गल ये है ना, मेरा सवाल महत्वपूर्ण है कि मैं लिखिया ते सवाल दे बहाने ध्यान मंगिया जा रहा है भी उदा तो ध्यान नहीं लिया जा सकता। थल्ले लिखिया भी है तुसी आडियो दे विच किया है ध्यान नहीं मंगना, तो सवाल दे बहाने तुसी जवाब दोगे तो मैनू लगेगा भी मेरे अल ध्यान है, ख्याल है। ये भी विकृत मन की दशा है। ख्याल विच रखो। लिखिया है ना, पढ़िया मूर्ख आखिए जिस लाभ लोभ अहंकार। यह पढ़ी लिखी है, बच्चों नूं पढ़ाउंदी भी है। ते ज़्यादातर यह गल अक्सर मैं कहना भी हाँ, तुहाडे ख्याल विच नहीं आउंदी है शायद, भी जिहड़े ज़्यादा पढ़े लिखे होए हुंदे हन उन्हां दा मन विचारां दे विच ज़्यादा फसिया हुंदा है, विचार ज़्यादा हुंदे आ।
ਕਿਉਂਕਿ ਉਹ ਸੋਚਦੇ ਜ਼ਿਆਦਾ ਹਨ ਆਮ ਸਧਾਰਨ ਮਨੁੱਖ ਨਾਲ। ਤੇ ਜਿਹਦਾ ਮਨ ਜ਼ਿਆਦਾ ਭਰਿਆ ਹੋਇਆ ਹੈ ਸ਼ਬਦਾਂ ਨਾਲ, ਸ਼ਬਦ ਚੱਲ ਰਹੇ ਹਨ। ਪਹਿਲਾਂ ਤੇ ਘਰ ਦੇ ਸ਼ਬਦ ਹਨ, ਕਿੰਨੇ ਉਲਝਣਾਂ ਹਨ, ਪਰਿਵਾਰ ਦੀਆਂ ਸਮੱਸਿਆਵਾਂ ਹਨ, ਹੋਰ ਕਈ ਸਮੱਸਿਆਵਾਂ ਹਨ। ਫਿਰ ਸਕੂਲੇ ਉੱਥੇ ਬੱਚਿਆਂ ਨੂੰ ਪੜ੍ਹਾਉਣਾ, ਤੇ ਉੱਥੇ ਸਕੂਲ ਦੇ ਵਿੱਚ ਵੀ ਬਹੁਤ ਸਮੱਸਿਆਵਾਂ ਹਨ ਸਟਾਫ ਮੈਂਬਰਾਂ ਦੀਆਂ। ਤੇ ਕਿੰਨੇ ਵਿਚਾਰ ਚੱਲ ਰਹੇ ਹੋਣਗੇ ਦਿਮਾਗ ਦੇ ਵਿੱਚ। ਤੇ ਇੰਨੇ ਵਿਚਾਰਾਂ ਦੇ ਵਿੱਚ ਤੁਸੀਂ ਜੋ ਸੁਣਦੇ ਹੋ ਨਾ, ਉਦੋਂ ਤੁਹਾਨੂੰ ਖਿਆਲ ਵਿੱਚ ਆਉਂਦਾ ਹੈ ਵੀ ਸਮਝ ਲਈ ਗੱਲ। ਅਕਸਰ ਇੱਦਾਂ ਹੁੰਦਾ ਹੈ, ਤੁਸੀਂ ਜਦੋਂ ਸੁਣਦੇ ਹੋ, ਵਿਚਾਰਦੇ ਹੋ, ਤੁਹਾਨੂੰ ਇਉਂ ਲੱਗਦਾ ਹੈ ਵੀ ਗੱਲ ਸਮਝ ਵਿੱਚ ਆ ਗਈ। ਪਰ ਜਿਹੜੀ ਸਮਝ ਵਿੱਚ ਆਈ ਉਹ ਟਿਕਦੀ ਕਿਉਂ ਨਹੀਂ ਹੈ? ਟਿਕਣੀ ਵੀ ਚਾਹੀਦੀ ਹੈ ਨਾ, ਅਗਰ ਤੁਹਾਨੂੰ ਸਮਝ ਵਿੱਚ ਆਈ ਹੈ। ਕਿਉਂਕਿ ਸਮਝ ਵਿੱਚ ਉੱਪਰੋਂ ਆਈ, ਵਿਚਾਰ ਦੇ ਤਲ 'ਤੇ ਆਈ, ਸੋਚ ਦੇ ਤਲ 'ਤੇ ਆਈ, ਇਸ ਕਰਕੇ ਉਹ ਵਿਚਾਰਾਂ ਦੇ ਵਿੱਚ ਖੋ ਜਾਂਦੀ ਹੈ। ਕਿਉਂਕਿ ਵਿਚਾਰ ਬਹੁਤ ਹਨ ਨਾ, ਭੁੱਲ ਜਾਂਦੀ। ਐਸੇ ਸਵਾਲਾਂ ਦੇ ਜਵਾਬ ਮੈਂ ਬਹੁਤ ਵਾਰਾਂ ਦਿੱਤੇ ਹਨ। ਅਗਰ ਮੈਂ ਇੱਧਰੋਂ ਜਵਾਬ ਨਹੀਂ ਦੇ ਰਿਹਾ ਹਾਂ ਤੇ ਤੁਹਾਨੂੰ ਖਿਆਲ ਕਰ ਲੈਣਾ ਚਾਹੀਦਾ ਹੈ ਵੀ ਸ਼ਾਇਦ ਉਹਨਾਂ ਨੇ ਪਿੱਛੇ ਦਿੱਤਾ ਹੋਵੇਗਾ, ਮੈਂ ਸੁਣਿਆ ਨਹੀਂ। ਤੁਸੀਂ ਪਿੱਛੋਂ ਕੱਢ ਕੇ ਸੁਣੋਗੇ ਰਿਕਾਰਡਿੰਗ। ਪਰ ਜਵਾਬ ਤੁਸੀਂ ਸੁਣਿਆ ਵੀ ਹੋਵੇਗਾ, ਕਿਉਂਕਿ ਬਹੁਤ ਚਿਰ ਤੋਂ ਸੁਣਦੀ ਹੈ। ਪਰ ਉਹ ਪਕੜ ਵਿੱਚ ਨਹੀਂ ਨਾ ਆਇਆ, ਟਿਕਿਆ ਨਹੀਂ। ਤੇ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਹਨ, ਅਜੋਕੇ ਸਮੇਂ 'ਚ ਸਮਾਜ ਜ਼ਿਆਦਾ ਪੜ੍ਹਿਆ ਹੋਇਆ ਹੈ, ਜ਼ਿਆਦਾ ਵਿਚਾਰ ਚੱਲ ਰਹੇ ਹਨ ਲੋਕਾਂ ਦੇ ਦਿਮਾਗ 'ਚ, ਟੈਲੀਫੋਨ ਕਰਕੇ ਵੀ ਬਹੁਤ ਚੱਲ ਰਹੇ ਆ। ਤਾਂ ਇੰਨੇ ਵਿਚਾਰਾਂ ਦੀ ਧਾਰਾ ਦੇ ਵਿੱਚ ਜੋ ਤੁਸੀਂ ਸੁਣਦੇ ਹੋ ਨਾ, ਆਹ ਰਿਕਾਰਡਿੰਗਾਂ, ਉਹ ਖੋ ਜਾਂਦੀਆਂ ਹਨ। ਤੁਹਾਡੇ ਖਿਆਲ ਵਿੱਚ ਵੀ ਆ ਜਾਂਦਾ ਹੈ ਬਹੁਤ ਵਾਰ ਵੀ ਸਮਝ ਲਿਆ, ਪਰ ਸਮਝ ਦੇ ਤਲ 'ਤੇ ਟਿਕਦਾ ਨਹੀਂ। ਕਿਉਂਕਿ ਜਿੰਨਾ ਚਿਰ ਅਨੁਭਵ ਨਾ ਬਣੇ ਨਾ, ਉਹਨਾਂ ਚਿਰ ਟਿਕ ਨਹੀਂ ਸਕਦਾ। ਜਿੰਨਾ ਚਿਰ ਅਨੁਭਵ ਨਾ ਬਣੇ, ਉਹਨਾਂ ਚਿਰ ਟਿਕਦਾ ਨਹੀਂ ਹੈ। ਫਿਰ ਦੂਸਰੀ ਗੱਲ ਇਹ ਹੈ ਵੀ ਮੈਂ ਅਕਸਰ ਕਹਿੰਦਾ ਹਾਂ ਵਾਰ-ਵਾਰ ਵੀ ਤੁਹਾਡੇ 'ਚ ਪ੍ਰੇਮ ਹੋਵੇਗਾ, ਸ਼ਰਧਾ ਹੋਵੇਗੀ, ਭਾਵਨਾ ਹੋਵੇਗੀ, ਤਾਂ ਹੀ ਤੁਸੀਂ ਸੁਣੋਗੇ। ਤੇ ਜਦੋਂ ਮੈਂ ਇਵੇਂ ਕਹਿੰਦਾ ਹਾਂ ਵੀ ਪ੍ਰੇਮ ਹੋਵੇਗਾ, ਤੇ ਤੁਸੀਂ ਪ੍ਰੇਮ ਦਾ ਅਰਥ ਦੁਨਿਆਵੀ ਸਮਝਦੇ ਹੋ। ਤੁਹਾਡੇ ਖਿਆਲ ਵਿੱਚ ਪਰਮਾਰਥਿਕ ਪ੍ਰੇਮ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ, ਕਿਉਂਕਿ ਜਾਣਿਆ ਹੀ ਨਹੀਂ ਹੈ ਤੁਸੀਂ ਪਰਮ ਪ੍ਰੇਮ ਨੂੰ। ਤੁਸੀਂ ਸੰਸਾਰੀ ਪ੍ਰੇਮ ਨੂੰ ਜਾਣਿਆ ਹੈ, ਤੇ ਤੁਸੀਂ ਵੈਸਾ ਹੀ ਅਰਥ ਕਰਦੇ ਹੋ ਪ੍ਰੇਮ ਦਾ ਵੀ। ਜਿਵੇਂ ਸੰਸਾਰ ਦੇ ਵਿੱਚ ਇੱਕ ਦੂਸਰੇ ਨੂੰ ਯਾਦ ਕਰਦੇ ਹਨ, ਟੈਲੀਫੋਨ ਕਰਦੇ ਹਨ, ਹਾਲ ਚਾਲ ਪੁੱਛਦੇ ਹਨ, ਤੇ ਲੱਗਦਾ ਹੈ ਵੀ ਠੀਕ ਹੈ ਵੀ ਮੈਨੂੰ ਯਾਦ ਕਰ ਰਿਹਾ, ਪ੍ਰੇਮ ਹੈ। ਇੱਦਾਂ ਹੀ ਸੋਚਦੇ ਹੋ ਨਾ ਤੁਸੀਂ ਵੀ ਹਾਲ ਚਾਲ ਪੁੱਛਿਆ ਹੈ, ਕੋਈ ਗੱਲ ਕੀਤੀ ਹੈ ਮੇਰੀ, ਤਾਂ ਤੁਹਾਨੂੰ ਲੱਗਦਾ ਹੈ ਪ੍ਰੇਮ ਹੈ, ਮੇਰੀ ਯਾਦ ਤੇ ਆ ਰਹੀ ਹੈ ਨਾ। ਗੱਲ ਵੀ ਠੀਕ ਹੈ ਵੀ ਸੰਸਾਰ ਦੇ ਤਲ 'ਤੇ ਅਗਰ ਯਾਦ ਹੀ ਨਾ ਕਰੋ ਤੇ ਪ੍ਰੇਮ ਕਿੱਥੇ ਹੋਊ। ਇਹਦੇ ਸੰਸਾਰੀ ਤਲ 'ਤੇ ਬਿਲਕੁਲ ਠੀਕ ਹੈ ਵੀ ਅਗਰ ਤੁਸੀਂ ਕਿਸੇ ਨੂੰ ਯਾਦ ਨਹੀਂ ਕਰ ਰਹੇ ਤਾਂ ਪ੍ਰੇਮ ਨਹੀਂ ਹੈ। ਪਰ ਪਰਮਾਰਥਿਕ ਤਲ 'ਤੇ ਤੁਸੀਂ ਅਜੇ ਪਹੁੰਚੇ ਨਹੀਂ ਹੋ, ਉੱਥੇ ਦੀ ਗੱਲ ਤੁਸੀਂ ਸਮਝਦੇ ਨਹੀਂ ਹੋ, ਤੁਹਾਡੀ ਸਮਝ ਦੇ ਤਲ ਤੋਂ ਉੱਪਰ ਦੀ ਹੈ। ਤੁਸੀਂ ਅਨੁਭਵ ਕਰੋਗੇ ਤਾਂ ਤੁਹਾਨੂੰ ਧੀਰੇ ਧੀਰੇ ਖਿਆਲ ਵਿੱਚ ਆਵੇਗੀ, ਜੋ ਇੱਧਰ ਕਿਹਾ ਜਾ ਰਿਹਾ ਹੈ ਉਹ ਗੱਲ ਖਿਆਲ ਵਿੱਚ ਆਵੇਗੀ।
ਤੇ ਜਿਹੜਾ ਪ੍ਰੇਮ ਭਾਵਨਾ ਦੇ ਨਾਲ ਸੁਣੇਗਾ ਤੇ ਜੋ ਕਿਹਾ ਹੈ ਨਾ ਇੱਧਰ ਵਾਰ-ਵਾਰ ਕਿਹਾ ਜਾ ਰਿਹਾ ਹੈ, ਉਹ ਵੈਸੇ ਹੀ ਹੋਣਾ ਸ਼ੁਰੂ ਹੋ ਜਾਵੇਗਾ। ਖਿਆਲ ਵਿੱਚ ਲਓ, ਜਿਹਦੇ ਤੇ ਭਾਵਨਾ ਹੋਵੇਗੀ ਤੁਹਾਨੂੰ ਬਹੁਤ, ਉਹਦੀ ਤੁਸੀਂ ਗੱਲ ਇੱਕਦਮ ਮੰਨੋਗੇ, ਪੂਰੀ ਦੀ ਪੂਰੀ ਸਵੀਕਾਰ ਕਰੋਗੇ ਵੀ ਠੀਕ ਹੈ, ਕਰੋਗੇ ਨਾ, ਤੇ ਵੈਸੇ ਹੀ ਹੋਣਾ ਸ਼ੁਰੂ ਹੋ ਜਾਵੇਗਾ। ਤੇ ਅਗਰ ਤੁਸੀਂ ਭਾਵਨਾ ਦੇ ਨਾਲ ਸੁਣੋਗੇ ਤੇ ਜੋ ਕਿਹਾ ਜਾ ਰਿਹਾ ਹੈ, ਖਿਆਲ ਵਿੱਚ ਰੱਖੋ, ਰਿਕਾਰਡਿੰਗਾਂ ਤੁਸੀਂ ਸੁਣ ਰਹੇ ਹੋ, ਉਹ ਅਮਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਆਪਣੇ ਆਪ ਹੀ। ਹੁੰਦਾ ਹੈ ਐਸਾ। ਅੱਜ ਹੀ ਇੱਕ ਬਜ਼ੁਰਗਾਂ ਦਾ ਟੈਲੀਫੋਨ ਆਇਆ, ਉਹ ਵੀ ਕਾਫੀ ਸਮੇਂ ਤੋਂ ਸੁਣ ਰਹੇ ਹਨ। ਕਹਿੰਦੇ ਸਨ ਵੀ ਜੋ ਤੁਸੀਂ ਰਿਕਾਰਡਿੰਗਾਂ ਦੇ ਵਿੱਚ ਕਹਿ ਰਹੇ ਹੋ ਨਾ, ਸਾਰਾ ਕੁਝ ਤੇ ਮੈਨੂੰ ਸਮਝ ਵਿੱਚ ਨਹੀਂ ਆਇਆ, ਪਰ ਇੱਕ ਗੱਲ ਮੈਨੂੰ ਖਿਆਲ ਵਿੱਚ ਆ ਰਹੀ ਹੈ, ਆਪਣੇ ਆਪ ਹੀ ਮੈਨੂੰ ਅੰਦਰ ਬਾਹਰ ਥੋੜਾ ਥੋੜਾ ਸੁਣਨਾ ਪ੍ਰਤੀਤ ਹੋ ਰਿਹਾ ਹੈ। ਸੁਣਨ ਥੋੜਾ ਥੋੜਾ ਖਿਆਲ ਵਿੱਚ ਆ ਰਿਹਾ ਹੈ, ਕਿਉਂਕਿ ਉਹਨਾਂ ਦੇ ਥੋੜੇ ਥੋੜੇ ਵਿਚਾਰ ਹਟ ਰਹੇ ਹੋਣਗੇ ਨਾ, ਵਿੱਚ ਵਿੱਚ ਟ੍ਰਿਪ ਕਰ ਰਿਹਾ ਹੋਵੇਗਾ ਮਨ, ਤੇ ਜਦੋਂ ਵਿਚਾਰ ਹਟਦੇ ਹਨ ਤੇ ਆਦਮੀ ਨੂੰ ਇੱਕਦਮ ਸੁਣਨ ਦਾ ਖਿਆਲ ਆਉਂਦਾ ਹੈ, ਵਿਚਾਰਾ ਕਰਕੇ ਨਹੀਂ ਨਾ ਆਉਂਦਾ। ਤਾਂ ਉਹਨਾਂ ਦੇ ਹਟ ਰਹੇ ਹੋਣਗੇ ਵਿੱਚ ਵਿੱਚ, ਥੋੜੀ ਥੋੜੀ ਦੇਰ ਆਉਂਦੇ ਹੋਣਗੇ, ਥੋੜੀ ਥੋੜੀ ਛਿਣ ਮਾਤਰ ਹੀ ਸਹੀ, ਛਣ ਮਾਤਰ ਵੀ ਕਾਫੀ। ਤੇ ਕਹਿੰਦੇ ਮੈਨੂੰ ਅੰਦਰ ਬਾਹਰ ਸੁਣਨ ਦਾ ਭਾਵ ਤੇ ਸੁਣ ਕੇ ਹੀ ਖਿਆਲ ਵਿੱਚ ਆ ਗਿਆ। ਤੇ ਮੈਂ ਕਿਹਾ ਬਹੁਤ ਵਧੀਆ ਹੈ। ਤੇ ਕਿਸੇ ਨੂੰ ਐਸਾ ਵੀ ਹੋਵੇਗਾ ਜਿਹੜਾ ਬਹੁਤ ਗਹਿਰੀ ਭਾਵਨਾ ਨਾਲ ਸੁਣਦਾ ਹੈ। ਇਹਨਾਂ ਨੇ ਸੁਣਿਆ ਹੋਵੇਗਾ ਨਾ, ਤਾਂ ਹੀ ਖਿਆਲ ਵਿੱਚ ਆਇਆ। ਮੈਂ ਕਿਹਾ ਵੀ ਇਹ ਤੇ ਵਾਸਤਵਿਕ ਜੋ ਕਿਹਾ ਜਾ ਰਿਹਾ ਉਹ ਹੀ ਹੋ ਰਿਹਾ ਹੈ, ਇਧਰ ਸੁਣ ਹੋਣ ਵਾਸਤੇ ਹੀ ਕਿਹਾ ਜਾ ਰਿਹਾ ਹੈ। ਸੁਣ ਕਹਿ ਲੋ, ਪ੍ਰਮਾਤਮਾ ਕਹਿ ਲੋ। ਅੰਤਰ ਸੁਨੰਗ ਬਾਹਰ ਸੁਨੰਗ, ਤੇਰੇ ਭਾਵਨ ਸੁਨਮ ਸੁਨੰਗ, ਚੌਥੇ ਸੁਨਨੇ ਜੋ ਨਰ ਜਾਣੇ ਤਾਕੋ ਪਾਵਤ ਨਾ ਪੁੰਨੰ। ਹੌਲੀ ਹੌਲੀ ਅੰਦਰ ਬਾਹਰ ਸੁਣ ਹੋਣ ਲੱਗ ਪਿਆ ਤੇ ਧੀਰੇ ਧੀਰੇ ਅੱਗੇ ਵਧੋ, ਪਾਪ ਪੁੰਨ ਤੋਂ ਪਾਰ ਜਾਓਗੇ। ਇਸ ਕਰਕੇ ਕਿਹਾ ਜਾ ਰਿਹਾ ਹੈ ਵੀ ਤੁਸੀਂ ਸੁਣੋ ਭਾਵਨਾ ਨਾਲ, ਤੇ ਜੋ ਕਿਹਾ ਜਾਂਦਾ ਹੈ ਨਾ, ਉਹ ਜਿਹਦੇ ਅੰਦਰ ਸ਼ਰਧਾ ਹੋਵੇਗੀ, ਭਾਵਨਾ ਹੋਵੇਗੀ, ਤੇ ਉਹ ਹੋਣਾ ਸ਼ੁਰੂ ਹੋ ਜਾਵੇਗਾ। ਮੈਂ ਕੋਈ ਗੱਲਾਂ ਯਾਦ ਕਰਨ ਵਾਸਤੇ ਥੋੜੀ ਕਹਿ ਰਿਹਾ ਹਾਂ ਤੁਹਾਨੂੰ, ਇਹ ਪ੍ਰਸ਼ਨਾਂ ਦੇ ਉੱਤਰ ਸਾਰੇ ਹੀ ਯਾਦ ਕਰ ਲਓ, ਕੰਠ ਕਰ ਲਓ। ਇੱਦਾਂ ਦੇ ਧਾਰਮਿਕ ਲੋਕ ਕਰ ਰਹੇ ਹਨ। ਹੁਣ ਕੰਠ ਵੀ ਕਰ ਲਓਗੇ ਤੁਸੀਂ ਸਾਰੇ ਜੋ ਕਿਹਾ ਗਿਆ ਹੈ, ਤੇ ਉਹ ਤੇ ਬੁੱਧੀ ਦੇ ਤਲ ਤੇ ਰਹੇਗਾ। ਵਿਚਾਰਕ ਬਣ ਜਾਓਗੇ, ਪ੍ਰਚਾਰਕ ਬਣ ਜਾਓਗੇ, ਦੂਸਰਿਆਂ ਨੂੰ ਸਮਝਾਉਣ ਲੱਗ ਜਾਓਗੇ। ਇੱਦਾਂ ਤੇ ਲੋਕ ਕਰ ਰਹੇ ਹਨ ਧਾਰਮਿਕ। ਉਹਨਾਂ ਨੂੰ ਬਹੁਤ ਸਾਰੇ ਸ਼ਬਦ ਯਾਦ ਹੋ ਗਏ, ਅਰਥ ਯਾਦ ਹੋ ਗਏ, ਗੱਲਾਂ ਯਾਦ ਹੋ ਗਈਆਂ, ਧਾਰਮਿਕ ਉਪਦੇਸ਼ ਯਾਦ ਹੋ ਗਏ ਸਤਿਪੁਰਖਾਂ ਦੇ, ਤੇ ਉਹ ਦੂਸਰਿਆਂ ਨੂੰ ਸੁਣਾ ਰਹੇ ਹਨ, ਉਪਦੇਸ਼ ਦੇ ਰਹੇ ਹਨ, ਪਰ ਉਹਨਾਂ ਦੇ ਯਾਦ ਹੀ ਹੋਏ ਹਨ, ਬੁੱਧੀ ਦੇ ਤਲ ਤੇ ਹਨ। ਇਹਨੂੰ ਗਿਆਨ ਥੋੜੀ ਕਹਿੰਦੇ ਹਨ, ਨੌਲੇਜ ਕਹਿ ਸਕਦੇ ਹੋ, ਉੱਪਰ ਹੋ। ਪਰਮਾਤਮਾ ਕਿਹੋ ਜਿਹਾ ਹੈ, ਕੀ ਕਰਦਾ ਹੈ, ਕਿਵੇਂ ਸੰਸਾਰ ਬਣਿਆ ਹੈ, ਉਹ ਐਸੀਆਂ ਗੱਲਾਂ ਸਾਰੀਆਂ ਭਰੇ ਪਏ ਹਨ ਗ੍ਰੰਥ। ਪੜ੍ਹ ਲਓ ਸਭ ਕੁਝ ਤੇ ਯਾਦ ਕਰ ਲਓ ਕਿ ਕਿਵੇਂ ਕਿਵੇਂ ਸੰਸਾਰ ਬਣਿਆ ਹੈ, ਰੱਜ ਚੰਮ ਸੱਤ ਕਿੱਦਾਂ ਕੰਮ ਕੀਤਾ ਹੈ ਇਹਨਾਂ ਨੇ। ਇਹ ਗੁਣ
ਦੇ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ, ਕਿਵੇਂ ਚੱਲ ਰਹੀ ਹੈ। ਕਈਆਂ ਨੇ ਯਾਦ ਵੀ ਕੀਤਾ ਹੋਇਆ, ਸਮਝਾ ਵੀ ਦਿੰਦੇ ਆ, ਪਰ ਇਹਨਾਂ ਨੂੰ ਯਾਦ ਕਰਕੇ ਕਰੋਗੇ ਵੀ ਕੀ? ਇਹ ਤੇ ਬੁੱਧੀ ਦੇ ਤਲ ਤੇ ਰਹਿ ਗਈ ਨਾ ਗੱਲ। ਯਾਦ ਕਰਨ ਵਾਸਤੇ ਥੋੜ੍ਹੀ ਕਹਿ ਰਿਹਾ ਹਾਂ ਮੈਂ ਕੋਈ ਵੀ ਚੇਤਾ ਕਰ ਲਓ ਸਭ ਕੁਝ, ਨਹੀਂ। ਇੱਥੇ ਉਲਟੀ ਗੱਲ ਕਹੀ ਜਾ ਰਹੀ। ਇੱਥੇ ਕਿਹਾ ਜਾ ਰਿਹਾ ਵੀ ਸਭ ਕੁਝ ਭੁੱਲ ਜਾਣਾ ਹੈ, ਇੱਕ ਹੀ ਯਾਦ ਰਵੇ। ਇੱਥੇ ਭੁੱਲਣ ਵਾਸਤੇ ਕਿਹਾ ਜਾ ਰਿਹਾ ਹੈ। ਤੇ ਜੋ ਕਿਹਾ ਜਾ ਰਿਹਾ ਹੈ ਨਾ, ਤੁਹਾਨੂੰ ਉਦੋਂ ਹੀ ਸਮਝ ਵਿੱਚ ਆਵੇਗਾ ਜਦੋਂ ਤੁਹਾਡਾ ਅਨੁਭਵ ਹੋਵੇਗਾ। ਜਿਵੇਂ ਇਹ ਬਜ਼ੁਰਗਾਂ ਦਾ ਥੋੜ੍ਹਾ ਜਿਹਾ ਅਨੁਭਵ ਹੈ, ਇਹਨਾਂ ਨੂੰ ਸੁਣਨ ਦੀ ਗੱਲ ਥੋੜ੍ਹੀ ਥੋੜ੍ਹੀ ਸਮਝ ਵਿੱਚ ਆ ਸਕਦੀ ਹੈ, ਭਾਵੇਂ ਥੋੜ੍ਹਾ ਹੀ ਆ ਰਿਹਾ ਹੈ, ਫਿਰ ਵੀ ਖਿਆਲ ਵਿੱਚ ਤੇ ਆਵੇਗਾ ਹੀ ਨਾ। ਤੇ ਜਿਹਨੂੰ ਅਨੁਭਵ ਹੋਵੇਗਾ ਉਹਨੂੰ ਸਮਝ ਵਿੱਚ ਆਵੇਗੀ। ਤੇ ਅਨੁਭਵ ਕਰਨਾ ਹੈ, ਤੇ ਸੁਣ ਕੇ ਸਿਰਫ ਯਾਦ ਨਹੀਂ ਕਰਨਾ ਹੈ, ਨਹੀਂ ਕਰਨਾ ਹੈ।